ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਜੀ ਗੁਰਵਿੰਦਰ ਸਰਸੀਨੀ ਦੁਆਰਾ ਲਿਖਿਆ ਗਿਆ ਨਾਵਲ ਮੰਦਭਾਗੀ ਕਰਮੋ ਦਾ ਦੂਜਾ ਵਿਆਹ ਦਾ ਭਾਗ 23ਵਾਂ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਅਗਲੇ ਦਿਨ ਰਾਤ ਦੇ 12 ਵਜੇ ਸੀ। ਕਰਮੋ ਤੇ ਨੂਰ ਆਪਣੇ ਕਮਰੇ ਵਿੱਚ ਆਰਾਮ ਨਾਲ ਸੋ ਰਹੇ ਸੀ। ਅਚਾਨਕ ਹੀ ਬਾਹਰੋਂ ਇੱਕ ਬਹੁਤ ਜ਼ੋਰਦਾਰ ਚੀਕ ਸੁਣਾਈ ਦਿੱਤੀ ਤੇ ਕਰਮੋ ਇੱਕਦਮ ਆਪਣੇ ਬੈੱਡ ਤੋਂ ਘਬਰਾ ਕੇ ਉੱਠ ਪਈ ਤੇ ਉਹ ਪੂਰੀ ਤਰ੍ਹਾਂ ਡਰ ਗਈ। ਕਰਮੋ ਬਹੁਤ ਬੁਰੀ ਤਰ੍ਹਾਂ ਡਰ ਗਈ। ਜਦੋਂ ਉਸਨੇ ਬਾਹਰ ਦੇਖਿਆ, ਕਿਸੇ ਦੀ ਜ਼ੋਰਦਾਰ ਚੀਕ ਸੁਣੀ ਤਾਂ ਅਚਾਨਕ ਕਰਮੋ ਨੂਰ ਨੂੰ ਕਹਿਣ ਲੱਗੀ ਕਿ ਅਸੀਂ ਬਾਹਰ ਜਾ ਕੇ ਵੇਖਦੇ ਹਾਂ ਕੀ ਗੱਲ ਕੀ ਆ। ਕਰਮੋ ਬਹੁਤ ਘਬਰਾਈ ਹੋਈ ਸੀ ਕਿਉਂਕਿ ਉਸਨੂੰ ਇੰਜ ਲੱਗਿਆ ਕਿ ਔਰਤ ਦੀ ਆਵਾਜ਼ ਅੱਧੀ ਰਾਤ ਨੂੰ ਕਿਸੇ ਹੋ ਸਕਦੀ ਹੈ। ਨੂਰ ਨੇ ਜਲਦੀ ਆਪਣੀਆਂ ਚੱਪਲਾਂ ਪਾਈਆਂ ਤੇ ਕਰਮੋ ਦੇ ਨਾਈਟ ਸੂਟ ਪਾਇਆ ਹੋਇਆ ਸੀ। ਠੰਡ ਦਾ ਸਮਾਂ ਸੀ ਤੇ ਫਿਰ ਕਰਮੋ ਨੇ ਆਪਣੇ ਸਰੀਰ ਉੱਤੇ ਮੋਟੀ ਜਿਹੀ ਸ਼ਾਲ ਲੈ ਲਿੱਤੀ ਅਤੇ ਉਹਨਾਂ ਨੂੰ ਫਿਰ ਦੁਬਾਰਾ ਤੋਂ ਕਿਸੇ ਔਰਤ ਦੀਆਂ ਜ਼ੋਰ-ਜ਼ੋਰ ਨਾਲ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਕਰਮੋ ਇਹ ਆਵਾਜ਼ਾਂ ਸੁਣ ਕੇ ਹੋਰ ਵੀ ਡਰ ਗਈ। ਜਦੋਂ ਕਰਮੋ ਤੇ ਨੂਰ ਦਰਵਾਜ਼ੇ ਤੋਂ ਬਾਹਰ ਨਿਕਲੇ ਤਾਂ ਬਾਹਰ ਕਰਮੋ ਦੀ ਸੱਸ ਖੜੀ ਸੀ। ਜਦੋਂ ਸੱਸ ਨੇ ਉਹਨਾਂ ਨੂੰ ਬਾਹਰ ਜਾਂਦੇ ਵੇਖਿਆ ਤਾਂ ਉਹ ਕਹਿਣ ਲੱਗੀ, ਕਰਮੋ ਪੁੱਤ, ਤੁਸੀਂ ਕੀ ਲੈਣਾ? ਕੀ ਪਤਾ ਕੌਣ ਆ? ਅਜੇ ਕਰਮੋ ਤੇ ਨੂਰ ਵਿਹੜੇ ਵਿੱਚ ਹੀ ਖੜੇ ਸੀ ਤਾਂ ਔਰਤ ਦੀਆਂ ਚੀਕਾਂ ਦੇ ਨਾਲ ਬੱਚਿਆਂ ਦੇ ਰੋਣ ਦੀ ਆਵਾਜ਼ ਵੀ ਆਈ। ਉਸ ਤੋਂ ਬਾਅਦ ਕਰਮੋ ਕਹਿਣ ਲੱਗੀ, ਮੰਮੀ ਜੀ, ਅਸੀਂ ਬਾਹਰ ਨਹੀਂ ਜਾਂਦੇ। ਬਸ ਅਸੀਂ ਕੰਧ ਉੱਤੇ ਚੜ੍ਹ ਕੇ ਇਹ ਵੇਖ ਲਈਏ ਕਿ ਆਖਿਰ ਇਹ ਹੋ ਕੀ ਰਿਹਾ ਹੈ। ਮੰਮੀ ਜੀ, ਤੁਸੀਂ ਜਰਾ ਅੰਦਰ ਇਬਾਦਤ ਸੋ ਰਹੀ ਆ, ਉਸ ਦਾ ਧਿਆਨ ਰੱਖਣਾ। ਅਸੀਂ ਹੁਣੇ ਆਉਂਦੇ ਹਾਂ। ਜਦੋਂ ਕਰਮੋ ਅਤੇ ਨੂਰ ਨੇ ਕੰਧ ਉੱਤੇ ਚੜ੍ਹ ਕੇ ਵੇਖਿਆ ਤਾਂ ਥੋੜੀ ਹੀ ਦੂਰ ਉਹਨਾਂ ਦਾ ਗਵਾਂਢੀ ਸੱਤਾ ਦਾਰੂ ਵਿੱਚ ਰੱਜਿਆ ਹੋਇਆ ਆਪਣੀ ਔਰਤ ਅਤੇ ਬੱਚਿਆਂ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਸੀ। ਉਸ ਦੀ ਪਤਨੀ ਤੇ ਬੱਚੇ ਜ਼ੋਰ-ਜ਼ੋਰ ਨਾਲ ਚੀਕ ਰਹੇ ਸੀ ਤੇ ਸੱਤੇ ਕੋਲ 12 ਸਾਲ ਦਾ ਮੁੰਡਾ ਸੀ ਤੇ 14 ਸਾਲ ਦੀ ਬਹੁਤ ਪਿਆਰੀ ਕੁੜੀ ਸੀ ਤੇ ਦੋਵੇਂ ਬੱਚੇ ਆਪਣੀ ਦਰਦ ਭਰੀ ਆਵਾਜ਼ ਵਿੱਚ ਕਹਿ ਰਹੇ ਸੀ ਕਿ ਪਾਪਾ, ਮੰਮੀ ਨੂੰ ਨਾ ਮਾਰੋ। ਪਰ ਉਹ ਬੇਰਹਿਮ ਨਸ਼ੇ ਵਿੱਚ ਰੱਜਿਆ ਹੋਇਆ ਬੰਦਾ ਉਹਨਾਂ ਬੱਚਿਆਂ ਦੀ ਮਾਂ ਨੂੰ ਬੇਰਹਿਮੀ ਦੇ ਨਾਲ ਡੰਡੇ ਨਾਲ ਕੁੱਟ ਰਿਹਾ ਸੀ। ਕਦੇ-ਕਦੇ ਉਹ ਨਸ਼ੇੜੀ ਸੱਤਾ ਉਹਨਾਂ ਦੋਵੇਂ ਬੱਚਿਆਂ ਦੇ ਵੀ ਢੁੱਡਾ ਮਾਰ ਦਿੰਦਾ ਸੀ, ਜਿਸ ਕਰਕੇ ਉਹ ਬੱਚੇ ਵੀ ਚੀਕ ਉੱਠਦੇ ਸੀ। ਨੂਰ ਅਤੇ ਕਰਮੋ ਤੋਂ ਇਹ ਨਰਸਹਾਰ ਵੇਖ ਨਹੀਂ ਹੋਇਆ। ਉਹ ਦੋਵੇਂ ਭੱਜੇ ਆਪਣੇ ਗੇਟ ਕੋਲ ਗਏ ਤੇ ਜਲਦੀ ਆਪਣੇ ਗੇਟ ਨੂੰ ਅੰਦਰੋਂ ਖੋਲ੍ਹਿਆ ਤੇ ਜਲਦੀ ਭੱਜ ਕੇ ਉਸ ਜ਼ੁਲਮ ਕਰਦੇ ਹੋਏ ਸੱਤੇ ਕੋਲ ਪਹੁੰਚ ਗਏ ਤੇ ਉਹ ਲਗਾਤਾਰ ਉਹਨਾਂ ਨੂੰ ਡੰਡੇ ਨਾਲ ਕੁੱਟ ਰਿਹਾ ਸੀ। ਜਦੋਂ ਉਹ ਦੁਬਾਰਾ ਡੰਡਾ ਮਾਰਨ ਲੱਗਿਆ ਤਾਂ ਨੂਰ ਨੇ ਉਸ ਦੇ ਹੱਥਾਂ ਵਿੱਚੋਂ ਡੰਡਾ ਖੋਹ ਲਿਆ ਅਤੇ ਉਸ ਨਸ਼ੇ ਵਿੱਚ ਰੱਜੇ ਹੋਏ ਸੱਤੇ ਦੇ ਮੂੰਹ ਉੱਤੇ ਖਿੱਚ ਕੇ ਥੱਪੜ ਮਾਰਿਆ। ਇਨੇ ਵਿੱਚ ਹੋਰ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਕਰਮੋ ਨੇ ਜਲਦੀ ਸੱਤੇ ਦੀ ਪਤਨੀ ਨੂੰ ਚੁੱਕਿਆ ਤੇ ਉਸ ਦੇ ਰੋਂਦੇ ਹੋਏ ਨਿਆਣਿਆਂ ਨੂੰ ਚੁੱਪ ਕਰਾਇਆ ਅਤੇ ਕਰਮੋ ਨੇ ਉਹਨਾਂ ਨਿਆਣਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਸੱਤਾ ਜ਼ੋਰ ਨਾਲ ਆਪਣੀ ਪਤਨੀ ਨੂੰ ਕਹਿਣ ਲੱਗਾ, ਸਾਲੀਏ, ਜਿੱਥੇ ਮਰਜੀ ਜਾ ਕੇ ਸੋ, ਮੇਰੇ ਘਰ ਵਿੱਚ ਨਾ ਵੜ ਜਾਵੀਂ, ਨਹੀਂ ਤਾਂ ਲੱਤਾਂ ਭੰਨ ਕੇ ਰੱਖ ਦੂੰ। ਉਸ ਸਮੇਂ ਸੱਤਾ ਬਹੁਤ ਹੀ ਨਸ਼ੇ ਵਿੱਚ ਸੀ। ਉਸ ਤੋਂ ਬਾਅਦ ਕਰਮੋ ਨੂੰ ਉਹਨਾਂ ਬੱਚਿਆਂ ਤੇ ਸੱਤੇ ਦੀ ਪਤਨੀ ਉੱਤੇ ਤਰਸ ਜਿਹਾ ਆ ਰਿਹਾ ਸੀ ਤੇ ਕਰਮੋ ਨੂਰ ਨੂੰ ਕਹਿਣ ਲੱਗੀ, ਜੇ ਅਸੀਂ ਇਹਨਾਂ ਬੱਚਿਆਂ ਤੇ ਭੈਣ ਨੂੰ ਸੱਤੇ ਕੋਲ ਛੱਡ ਦਿੱਤਾ ਤਾਂ ਇਹ ਰਾਤ ਨੂੰ ਫਿਰ ਦੁਬਾਰਾ ਇਹਨਾਂ ਨੂੰ ਕੁੱਟਣਾ ਸ਼ੁਰੂ ਕਰ ਦੇਵੇਗਾ। ਕਿਉਂ ਨਾ ਅਸੀਂ ਉਹਨਾਂ ਨੂੰ ਅੱਜ ਦੀ ਰਾਤ ਆਪਣੇ ਘਰ ਵਿੱਚ ਹੀ ਲੈ ਚੱਲੀਏ। ਜਦੋਂ ਕੱਲ ਨੂੰ ਸੱਤੇ ਦਾ ਨਸ਼ਾ ਉਤਰ ਜਾਵੇਗਾ ਫਿਰ ਇਹ ਆਪਣੇ ਘਰ ਚਲੇ ਜਾਣਗੇ। ਸੱਤੇ ਦੀ ਪਤਨੀ ਕਹਿਣ ਲੱਗੀ ਕਿ ਤੇਰੀ ਗੱਲ ਠੀਕ ਆ ਕਰਮੋ, ਇਹ ਸਭ ਕੁਝ ਸਾਡੇ ਨਾਲ ਪਹਿਲੀ ਵਾਰ ਨਹੀਂ ਹੋਇਆ। ਸੱਤਾ ਸਾਨੂੰ ਘਰ ਦੇ ਅੰਦਰ ਬਹੁਤ ਜ਼ਿਆਦਾ ਸਤਾਉਂਦਾ ਹੈ ਤੇ ਕੁੱਟਦਾ ਹੈ। ਵਧੀਆ ਹੋਵੇਗਾ ਜੇਕਰ ਅਸੀਂ ਅੱਜ ਦੀ ਰਾਤ ਤੁਹਾਡੇ ਘਰ ਹੀ ਸੌਂ ਲਈਏ। ਜਦੋਂ ਸੱਤਾ ਨਸ਼ੇ ਨਾਲ ਰੱਜਿਆ ਹੋਇਆ ਆਪਣੇ ਘਰ ਅੰਦਰ ਵੜ ਗਿਆ, ਉਸ ਤੋਂ ਬਾਅਦ ਕਰਮੋ ਸੱਤੇ ਦੀ ਪਤਨੀ ਤੇ ਉਹਨਾਂ ਦੇ ਬੱਚਿਆਂ ਨੂੰ ਆਪਣੇ ਘਰ ਵਿੱਚ ਲੈ ਆਈ ਤੇ ਉਹਨਾਂ ਦੇ ਵਾਸਤੇ 3 ਮੰਜਿਆਂ ਉੱਤੇ ਬਿਸਤਰੇ ਵਿਛਾ ਦਿੱਤੇ ਤੇ ਉਹਨਾਂ ਦੇ ਬਿਸਤਰਿਆਂ ਉੱਤੇ ਠੰਡ ਤੋਂ ਬਚਣ ਲਈ ਰਜਾਈਆਂ ਲਿਆ ਕੇ ਰੱਖ ਦਿੱਤੀਆਂ। ਫਿਰ ਕਰਮੋ ਜਲਦੀ ਰਸੋਈ ਵੱਲ ਗਈ ਤੇ ਉਹਨਾਂ ਤਿੰਨਾਂ ਵਾਸਤੇ ਦੁੱਧ ਗਰਮ ਕਰਨ ਲੱਗ ਪਈ। ਕਰਮੋ ਨੇ ਸੱਤੇ ਦੀ ਪਤਨੀ ਵਾਸਤੇ ਦੁੱਧ ਵਿੱਚ ਥੋੜੀ ਜਿਹੀ ਹਲਦੀ ਤੇ ਦੇਸੀ ਘਿਓ ਮਿਲਾ ਦਿੱਤਾ ਕਿਉਂਕਿ ਸੱਤੇ ਨੇ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਕੁੱਟਿਆ ਸੀ
ਤੇ ਕਰਮੋ ਨੇ 3 ਗਲਾਸ ਲਿਆ ਕੇ ਉਹਨਾਂ ਦੇ ਅੱਗੇ ਰੱਖ ਦਿੱਤੇ। ਕਰਮੋ ਨੇ ਸੱਤੇ ਦੀ ਪਤਨੀ ਨੂੰ ਇੱਕ ਪਾਸੇ ਬੁਲਾ ਕੇ ਆਖਿਆ ਕਿ ਭੈਣ ਜੀ, ਤੁਸੀਂ ਮੈਨੂੰ ਆਪਣੀ ਪਿੱਠ ਦਿਖਾਓਗੇ? ਸੱਤੇ ਦੀ ਪਤਨੀ ਨੇ ਆਪਣੀ ਪਿੱਠ ਤੋਂ ਸੂਟ ਤਾਂ ਨੂੰ ਚੱਕ ਕੇ ਵਿਖਾਇਆ ਤਾਂ ਕਰਮੋ ਉਸ ਦੀ ਪਿੱਠ ਵੇਖ ਕੇ ਬਹੁਤ ਜ਼ਿਆਦਾ ਦੁਖੀ ਹੋ ਗਈ ਤੇ ਕਹਿਣ ਲੱਗੀ ਕਿ ਕੋਈ ਇੰਨਾ ਵੀ ਬੇਰਹਿਮੀ ਦੇ ਨਾਲ ਪਿੱਠ ਉੱਤੇ ਜ਼ੋਰ-ਜ਼ੋਰ ਕੇ ਡੰਡੇ ਮਾਰ ਸਕਦਾ ਹੈ। ਹੱਦ ਹੀ ਕਰ ਦਿੱਤੀ ਇਸ ਬੰਦੇ ਨੇ ਤਾਂ। ਕਰਮੋ ਨੇ ਫਿਰ ਸਰੋਂ ਦਾ ਤੇਲ ਥੋੜਾ ਜਿਹਾ ਗਰਮ ਕਰ ਲਿਆ ਤੇ ਉਸ ਵਿੱਚ ਹਲਦੀ ਪਾ ਲਈ ਤੇ ਫਿਰ ਉਸਨੇ ਸੱਤੇ ਦੀ ਪਤਨੀ ਦੀ ਪਿੱਠ ਉੱਤੇ ਪੋਲਾ-ਪੋਲਾ ਤੇਲ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਕਰਮੋ ਕਹਿਣ ਲੱਗੀ ਕਿ ਭੈਣ ਜੀ, ਤੁਸੀਂ ਹੁਣ ਥੋੜਾ ਜਿਹਾ ਆਪਣਾ ਮੂੰਹ ਅਤੇ ਹੱਥ ਪੈਰ ਧੋ ਆਓ ਤੇ ਤੁਹਾਡਾ ਇਹ ਸੂਟ ਪੂਰੀ ਤਰ੍ਹਾਂ ਲਿਬੜ ਚੁੱਕਾ ਹੈ ਮਿੱਟੀ ਵਿੱਚ। ਆ ਫੜੋ ਮੇਰਾ ਸੂਟ, ਕੱਪੜੇ ਬਦਲ ਕੇ ਦੁੱਧ ਪੀ ਕੇ ਆਰਾਮ ਨਾਲ ਸੋ ਜਾਵੋ। ਬਾਕੀ ਤੁਹਾਡੀ ਮਾਰ ਕੁੱਟ ਬਾਰੇ, ਜੋ ਵੀ ਤੁਹਾਡੇ ਨਾਲ ਬਦਸਲੂਕੀ ਹੋਈ ਆ, ਉਸ ਬਾਰੇ ਕੱਲ ਨੂੰ ਗੱਲ ਕਰਾਂਗੇ। ਸੌਣ ਤੋਂ ਪਹਿਲਾਂ ਕਰਮੋ ਉਹਨਾਂ ਛੋਟੇ ਬੱਚਿਆਂ ਕੋਲ ਗਈ ਤੇ ਕਹਿਣ ਲੱਗੀ, ਬੱਚਿਓ, ਤੁਸੀਂ ਆਰਾਮ ਨਾਲ ਸੋ ਜਾਵੋ, ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਤੁਹਾਡੇ ਨਾਲ ਹਾਂ। ਕਰਮੋ ਨੇ ਇੱਕ ਛੋਟੀ ਜਿਹੀ ਮੁਸਕਰਾਹਟ ਬੱਚਿਆਂ ਵੱਲ ਵੇਖ ਕੇ ਕੀਤੀ ਤਾਂ ਬੱਚਿਆਂ ਨੂੰ ਲੱਗਿਆ ਕਿ ਰੱਬਾ, ਚਲੋ ਕੋਈ ਤਾਂ ਹੈ ਸਾਨੂੰ ਸੰਭਾਲਣ ਜੋਗਾ। ਬੱਚਿਆਂ ਨੇ ਕਰਮੋ ਨੂੰ ਜੱਫੀ ਪਾ ਕੇ ਪਿਆਰ ਕੀਤਾ ਤੇ ਸੋ ਗਏ। ਉਸ ਤੋਂ ਬਾਅਦ ਕਰਮੋ ਨੇ ਉਹਨਾਂ ਬੱਚਿਆਂ ਦੇ ਮੱਥੇ ਉੱਤੇ ਪਿਆਰ ਨਾਲ ਹੱਥ ਫੇਰਦੇ ਹੋਏ ਆਪਣੇ ਕਮਰੇ ਵਿੱਚ ਜਾਣ ਦੀ ਤਿਆਰੀ ਕੀਤੀ। ਕਰਮੋ ਦੀ ਸੱਸ ਵੀ ਉਹਨਾਂ ਬੱਚਿਆਂ ਨੂੰ ਬਹੁਤ ਪਿਆਰ ਕਰ ਰਹੀ ਸੀ ਤੇ ਸੱਤੇ ਦੀ ਪਤਨੀ ਵੱਲ ਵੇਖ-ਵੇਖ ਕੇ ਉਸ ਦੀਆਂ ਅੱਖਾਂ ਵਿੱਚ ਤਰਸ ਆ ਰਿਹਾ ਸੀ, ਕਿਉਂਕਿ ਹਰਾਮਜ਼ਾਦੇ ਸੱਤੇ ਨੇ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਕੁੱਟਿਆ ਸੀ। ਕਰਮੋ ਸੱਤੇ ਦੀ ਪਤਨੀ ਵੱਲ ਗਈ ਤੇ ਕਹਿਣ ਲੱਗੀ, ਭੈਣ ਜੀ, ਤੁਸੀਂ ਬੇਚਿੰਤ ਹੋ ਕੇ ਸੌਂ ਜਾਵੋ, ਕੱਲ ਨੂੰ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਹਾਂ। ਉਸ ਤੋਂ ਬਾਅਦ ਸੱਤੇ ਦੀ ਪਤਨੀ ਆਪਣੀ ਨਰਮ-ਨਰਮ ਅੱਖਾਂ ਨੂੰ ਬੰਦ ਕਰਦੇ ਹੋਏ ਆਪਣਾ ਮੁੱਖ ਰਜਾਈ ਵਿੱਚ ਢੱਕ ਕੇ ਗਹਿਰੀ ਨੀਂਦ ਵਿੱਚ ਸੋ ਗਈ। ਕਰਮੋ ਤੇ ਉਸਦੀ ਸੱਸ ਵੀ ਸੌਣ ਲਈ ਚਲੇ ਗਏ। ਕਰਮੋ ਦੀ ਸੱਸ ਦੇ ਮੁਖ ਵਿੱਚੋਂ ਸਾਰੀ ਰਾਤ ਗਾਲਾਂ ਹੀ ਨਿਕਲਦੀਆਂ ਰਹੀਆਂ ਸੱਤੇ ਨੂੰ। ਸਵੇਰ ਹੋਈ ਤੇ ਉਸ ਵੇਲੇ ਤੱਕ ਸੱਤੇ ਨੂੰ ਸ਼ਰਾਬ ਦਾ ਨਸ਼ਾ ਉਤਰ ਚੁੱਕਿਆ ਸੀ। ਜਦੋਂ ਸੱਤੇ ਨੇ ਵੇਖਿਆ ਕਿ ਉਸਦੇ ਘਰ ਵਿੱਚ ਉਸਦੇ ਬੱਚੇ ਅਤੇ ਪਤਨੀ ਨਹੀਂ ਹਨ ਤਾਂ ਉਸਨੂੰ ਬਹੁਤ ਜ਼ਿਆਦਾ ਗੁੱਸਾ ਹੋਰ ਵੀ ਚੜ੍ਹ ਗਿਆ ਅਤੇ ਉਹ ਭੱਜਿਆ ਕਰਮੋ ਦੇ ਦਰਵਾਜ਼ੇ ਉੱਤੇ ਆ ਕੇ ਖੜ ਗਿਆ ਅਤੇ ਬਾਹਰ ਖੜ ਕੇ ਜ਼ੋਰ-ਜ਼ੋਰ ਨਾਲ ਆਵਾਜ਼ਾਂ ਮਾਰਨ ਲੱਗ ਪਿਆ ਤੇ ਕਹਿ ਰਿਹਾ ਸੀ ਕਿ ਵੱਡਿਆ ਬਦਮਾਸ਼ਾ ਨੂਰ, ਤੇਰੀ ਇੰਨੀ ਹਿੰਮਤ ਕਿ ਤੂੰ ਮੈਨੂੰ ਰਾਤੀ ਥੱਪੜ ਮਾਰਿਆ, ਤੇ ਤੁਹਾਡੀ ਇੰਨੀ ਜੁਰਤ ਕਿਵੇਂ ਹੋਈ ਕਿ ਮੇਰੇ ਬੱਚਿਆਂ ਤੇ ਪਤਨੀ ਨੂੰ ਆਪਣੇ ਘਰ ਵਿੱਚ ਹੀ ਲੁਕੋ ਕੇ ਰੱਖਣ ਦੀ। ਬਾਹਰ ਨਿਕਲ ਓਏ ਵੱਡਿਆ ਬਦਮਾਸ਼ਾ, ਅੱਜ ਤੈਨੂੰ ਵੇਖਦਾ ਹਾਂ। ਜਦੋਂ ਇਹ ਸਾਰੀਆਂ ਗੱਲਾਂ ਅੰਦਰ ਚੁੱਲ੍ਹੇ ਉੱਤੇ ਬੈਠੀ ਕਰਮੋ ਨੇ ਸੁਣੀਆਂ ਤਾਂ ਉਹ ਬਹੁਤ ਡਰ ਗਈ, ਕਿਉਂਕਿ ਉਸ ਸਮੇਂ ਘਰ ਵਿੱਚ ਨੂਰ ਨਹੀਂ ਸੀ। ਉਹ ਆਪਣੇ ਗਾਵਾਂ ਦੇ ਫਾਰਮ ਉੱਤੇ ਕੰਮ ਕਰ ਰਿਹਾ ਸੀ। ਡਰਦੀ ਹੋਈ ਕਰਮੋ ਨੇ ਆਪਣੀ ਸੱਸ ਨੂੰ ਆਖਿਆ ਕਿ ਮੰਮੀ ਜੀ, ਇਹ ਸ਼ੈਤਾਨ ਸਵੇਰੇ-ਸਵੇਰੇ ਹੀ ਸਾਡੇ ਦਰਵਾਜ਼ੇ ਉੱਤੇ ਆ ਕੇ ਖੜ ਗਿਆ, ਹੁਣ ਅਸੀਂ ਇਸ ਦਾ ਕੀ ਕਰੀਏ? ਕਰਮੋ ਦੀ ਸੱਸ ਨੇ ਬੋਲਿਆ, ਨੀਤੀਏ, ਤੂੰ ਆਪਣਾ ਫੋਨ ਕੱਢ ਕੇ ਲਿਆ ਤੇ ਸਿੱਧਾ ਹੀ ਸਰਪੰਚ ਸਾਹਿਬ ਨੂੰ ਮਿਲਾ ਦੇ ਤੇ ਨਾਲ ਹੀ ਨਾਲ ਤੂੰ ਨੂਰ ਨੂੰ ਵੀ ਖਬਰ ਕਰ ਦੇ ਕਿ ਉਹ ਸ਼ੈਤਾਨ ਹੁਣ ਜਾਗ ਪਿਆ ਹੈ। ਕਰਮੋ ਨੇ ਬਿਨਾਂ ਦੇਰੀ ਕੀਤੇ ਹੀ ਪਿੰਡ ਦੇ ਸਰਪੰਚ ਨੂੰ ਫੋਨ ਮਿਲਾ ਦਿੱਤਾ ਤੇ ਆਖ ਦਿੱਤਾ ਕਿ ਸਰਪੰਚ ਸਾਹਿਬ, ਸੱਤੇ ਨੇ ਆਪਣੇ ਬੱਚਿਆਂ ਤੇ ਪਤਨੀ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ ਰਾਤੀ। ਮੈਂ ਅਤੇ ਨੂਰ ਨੇ ਜਦੋਂ ਉਸ ਨੂੰ ਕੁੱਟਦੇ ਹੋਏ ਵੇਖਿਆ ਤਾਂ ਅਸੀਂ ਭੱਜ ਕੇ ਉਹਨਾਂ ਬੱਚਿਆਂ ਤੇ ਉਸ ਦੀ ਪਤਨੀ ਨੂੰ ਬਚਾਇਆ ਤੇ ਹੁਣ ਉਹ ਸਵੇਰੇ-ਸਵੇਰੇ ਸ਼ਰਾਬ ਦਾ ਨਸ਼ਾ ਉਤਰਦੇ ਹੀ ਸਾਡੇ ਦਰਵਾਜ਼ੇ ਉੱਤੇ ਆ ਕੇ ਖੜ ਗਿਆ, ਕਿਉਂਕਿ ਅਸੀਂ ਉਸਦੇ ਬੱਚਿਆਂ ਤੇ ਪਤਨੀ ਨੂੰ ਆਪਣੇ ਘਰ ਵਿੱਚ ਰਾਤ ਸਮਾਉਣ ਲਈ ਲੈ ਗਏ ਤੇ ਉਹ ਹੁਣ ਕਾਫੀ ਦੇਰ ਦਾ ਬਾਹਰ ਖੜਾ ਆਵਾਜ਼ਾਂ ਮਾਰ ਰਿਹਾ ਤੇ ਧਮਕੀਆਂ ਦੇ ਰਿਹਾ ਹੈ। ਸਰਪੰਚ ਸਾਹਿਬ, ਨੂਰ ਖੇਤਾਂ ਵਿੱਚ ਗਾਵਾਂ ਦੇ ਫਾਰਮ ਉੱਤੇ ਹੈ, ਕਿਰਪਾ ਕਰਕੇ ਤੁਸੀਂ ਸਾਡੇ ਘਰ ਆ ਜਾਓ ਤੇ ਇਸ ਸ਼ੈਤਾਨ ਨੂੰ ਕਾਬੂ ਕਰੋ ਜੀ। ਸਰਪੰਚ ਬੋਲਿਆ, ਕੋਈ ਗੱਲ ਨਹੀਂ ਪੁੱਤਰ, ਮੈਂ ਹੁਣੇ ਹੀ ਆ ਰਿਹਾ ਹਾਂ। ਸਰਪੰਚ ਸਾਹਿਬ ਨੇ ਆਪਣਾ ਮੋਟਰਸਾਈਕਲ ਚੁੱਕਿਆ ਤੇ ਸਿੱਧਾ ਹੀ ਨੂਰ ਹੁਣਾਂ ਦੇ ਘਰ ਵੱਲ ਨੂੰ ਚੱਲ ਪਿਆ। ਜਦੋਂ ਸੱਤੇ ਨੇ ਸਰਪੰਚ ਸਾਹਿਬ ਨੂੰ ਕਰਮੋ ਦੇ ਘਰ ਵੱਲ ਆਉਂਦੇ ਹੋਏ ਵੇਖਿਆ ਤਾਂ ਉਸਦੀ ਆਵਾਜ਼ ਹੀ ਬਦਲ ਗਈ ਤੇ ਉਹ ਚੁੱਪ ਜਿਹਾ ਖੜ ਗਿਆ ਅਤੇ ਬਹੁਤ ਹੀ ਪਿਆਰ ਦੇ ਨਾਲ
ਆਪਣੀ ਪਤਨੀ ਅਤੇ ਬੱਚਿਆਂ ਨੂੰ ਬੁਲਾਉਣ ਲੱਗ ਪਿਆ। ਸੱਤਾ ਕਹਿ ਰਿਹਾ ਸੀ, ਨੀ ਭਾਗਮਾਨੇ, ਤੂੰ ਰਾਤ ਇੱਧਰ ਕਿਉਂ ਸੋ ਗਈ ਅਤੇ ਤੂੰ ਆਪਣੇ ਨਾਲ ਮੇਰੇ ਪਿਆਰੇ ਬੱਚਿਆਂ ਨੂੰ ਵੀ ਕਰਮੋਂ ਦੇ ਘਰ ਲੈ ਕੇ ਆ ਗਈ। ਮੈਂ ਕਿਹੜਾ ਤੁਹਾਨੂੰ ਖਾਣ ਲੱਗਿਆ ਸੀ? ਮੇਰੇ ਜਿੰਨਾ ਪਿਆਰ ਤਾਂ ਤੁਹਾਨੂੰ ਕੋਈ ਕਰਦਾ ਵੀ ਨਹੀਂ ਹੋਣਾ। ਨੀ ਕਰਮੋਂ ਭੈਣੇ, ਮਾੜਾ ਜਿਹਾ ਅੰਦਰੋਂ ਦਰਵਾਜ਼ਾ ਖੋਲ੍ਹਣ ਤਾਂ ਸਹੀ। ਰਾਤ ਦਾ ਮੈਂ ਕੁਝ ਨਹੀਂ ਖਾਧਾ ਤੇ ਹੁਣ ਵੀ ਮੈਂ ਭੁੱਖਾ ਹਾਂ ਤੇ ਘਰ ਵਿੱਚ ਰੋਟੀ ਬਣਾਉਣ ਵਾਸਤੇ ਕੋਈ ਵੀ ਨਹੀਂ ਆ। ਜਦੋਂ ਇਹ ਗੱਲਾਂ ਸਰਪੰਚ ਸਾਹਿਬ ਨੇ ਪਿੱਛੋਂ ਆਉਂਦਿਆਂ ਸੁਣਿਆ ਤਾਂ ਸਰਪੰਚ ਸਾਹਿਬ ਜਾਣਦੇ ਸੀ ਕਿ ਸੱਤਾ ਹੁਣ ਢੋਂਗ ਕਰ ਰਿਹਾ ਹੈ। ਸਰਪੰਚ ਸਾਹਿਬ ਨੇ ਲੋਹੀ ਦੀ ਬੁੱਕਲ ਮਾਰ ਰੱਖੀ ਸੀ ਤੇ ਮੋਟਰਸਾਈਕਲ ਤੋਂ ਉਤਰ ਕੇ ਸੱਤੇ ਨੂੰ ਕਹਿਣ ਲੱਗੇ, ਹਾਂ ਬਈ, ਕੀ ਤਕਲੀਫ ਆ ਤੈਨੂੰ? ਸੱਤੇ ਦੀ ਪਤਨੀ ਦਾ ਨਾਂ ਦੀਰੂ ਸੀ। ਸਰਪੰਚ ਸਾਹਿਬ ਕਹਿਣ ਲੱਗੇ, ਮੈਂ ਸੁਣਿਆ ਤੂੰ ਰਾਤੀ ਦੀਰੂ ਨੂੰ ਬਹੁਤ ਜ਼ਿਆਦਾ ਕੁੱਟਿਆ ਸੀ। ਸਾਲਿਆ, ਸ਼ਰਮ ਕਰ ਲੈ ਕੋਈ, ਨਾਲ ਹੀ ਤੂੰ ਆਪਣੇ ਬੱਚੇ ਵੀ ਕੁੱਟ ਦਿੱਤੇ। ਕੋਈ ਨਹੀਂ, ਤੈਨੂੰ ਤਾਂ ਅੱਜ ਪੰਚਾਇਤ ਵਿੱਚ ਹੀ ਵੇਖਦੇ ਆਂ। ਜਿਹੜਾ ਤੂੰ ਬਣੀ ਫਿਰਦਾ ਹੈ ਤੀਸ਼ ਮਾਰ ਖਾਨ, ਅੱਜ ਤੇਰਾ ਉੱਥੇ ਹੀ ਭੂਤ ਕੱਢਾਂਗੇ ਅਸੀਂ। ਇਹਨੇ ਵਿੱਚ ਕਰਮੋ ਤੇ ਉਸਦੀ ਸੱਸ ਵੀ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ। ਕਰਮੋ ਦੀ ਸੱਸ ਬੋਲੀ, ਹੁਣੇ ਹੀ ਖਵਾਈਏ ਤੈਨੂੰ ਰੋਟੀਆਂ? ਜਿਹੜੀ ਤੈਨੂੰ ਰੋਟੀਆਂ ਬਣਾ ਕੇ ਦਿੰਦੀ ਆ ਉਸਦੀ ਕਦਰ ਤਾਂ ਕਰਨੀ ਸਿੱਖ ਲੈ ਪਹਿਲਾਂ। ਤੇ ਮਰ ਜਾਣਿਆ, ਤੂੰ ਆਪਣੇ ਬੱਚੇ ਕਿਉਂ ਕੁੱਟੇ ਸੀ ਰਾਤ? ਕਰਮੋ ਬੋਲੀ, ਸੱਤੇ ਵੀਰੇ, ਇਦਾਂ ਨਹੀਂ ਕਰੀਦਾ। ਇਹ ਵੀ ਕਿਸੇ ਦੀ ਧੀ ਆ ਤੇ ਤੂੰ ਇਸ ਨਾਲ ਜੋ ਕੀਤਾ ਹੈ ਤੇ ਆਪਣਾ ਫਰਜ਼ ਸਮਝ ਕੇ ਇਹਨਾਂ ਨੂੰ ਆਪਣੇ ਘਰ ਵਿੱਚ ਸੁਖੀ ਰੱਖ। ਤੇ ਸੱਤੇ ਵੀਰ, ਇਹ ਦੱਸ, ਇਹਨਾਂ ਬੱਚਿਆਂ ਦਾ ਕੀ ਕਸੂਰ ਸੀ ਤੇ ਤੂੰ ਇਹਨਾਂ ਨੂੰ ਵੀ ਕੁੱਟ ਦਿੱਤਾ? ਉਸ ਤੋਂ ਬਾਅਦ ਸੱਤਾ ਥੱਲੇ ਨੂੰ ਮੂੰਹ ਕਰਕੇ ਇੰਨਾ ਬੇਸ਼ਰਮ ਹੋਇਆ ਕਿ ਉਸ ਨੂੰ ਆਪਣੇ ਆਪ ਤੋਂ ਨਫ਼ਰਤ ਹੋਣੀ ਸ਼ੁਰੂ ਹੋ ਗਈ। ਇਹਨੇ ਵਿੱਚ ਕੰਮ ਨਿਬੇੜ ਕੇ ਨੂਰ ਵੀ ਆਪਣੇ ਘਰ ਦੇ ਦਰਵਾਜ਼ੇ ਅੱਗੇ ਆ ਗਿਆ। ਨੂਰ ਚੁੱਪਚਾਪ ਆ ਕੇ ਸਰਪੰਚ ਸਾਹਿਬ ਦੇ ਨੇੜੇ ਖੜ ਗਿਆ ਤੇ ਕਰਮੂ ਦੁਆਰਾ ਬੋਲੇ ਜਾ ਰਹੇ ਸ਼ਬਦਾਂ ਨੂੰ ਸੁਣਨ ਲੱਗ ਪਿਆ। ਕਰਮੂ ਬਹੁਤ ਚੰਗੀ ਤਰ੍ਹਾਂ ਸੱਤੇ ਨੂੰ ਵੀ ਬੇਸ਼ਰਮ ਕਰ ਰਹੀ ਸੀ ਆਪਣੇ ਬੋਲਾਂ ਨਾਲ। ਸੱਤਾ ਬਾਹਰੋਂ ਬੋਲਣ ਲੱਗ ਪਿਆ, ਪਰ ਅੰਦਰੋਂ ਹਲੇ ਵੀ ਉਹ ਅੱਗ ਨਾਲ ਭਰਿਆ ਪਿਆ ਸੀ ਤੇ ਕਹਿਣ ਲੱਗ ਪਿਆ ਕਿ ਜੋ ਹੋਇਆ ਉਹ ਮੇਰੀ ਗਲਤੀ ਸੀ ਤੇ ਹੁਣ ਤੁਸੀਂ ਮੈਨੂੰ ਸਾਰੇ ਮਾਫ਼ ਕਰ ਦਿਓ। ਅੱਗੇ ਤੋਂ ਅਜਿਹਾ ਕੁਝ ਵੀ ਨਹੀਂ ਹੋਵੇਗਾ। ਇਹ ਸ਼ਬਦ ਵੀ ਸੱਤੇ ਨੇ ਆਕੜ ਵਿੱਚ ਕਹੇ ਤੇ ਬਾਅਦ ਵਿੱਚ ਕਹਿਣ ਲੱਗਾ ਕਿ ਹੁਣ ਤੁਸੀਂ ਮੇਰਾ ਘਰ ਕਿਉਂ ਪੱਟਣ ਲੱਗੇ ਹੋ? ਜਿਹੜੀਆਂ ਮੈਨੂੰ 2-4 ਰੋਟੀਆਂ ਮਿਲਦੀਆਂ ਹਨ ਉਹ ਖਾ ਲੈਣ ਦਿਓ। ਸੱਤੇ ਦੇ ਮਾਪਿਓ ਸੱਤੇ ਦੀਆਂ ਆਦਤਾਂ ਤੋਂ ਪਰੇਸ਼ਾਨ ਹੋ ਕੇ ਅਲੱਗ ਹੀ ਰਹਿਣ ਲੱਗ ਪਏ ਸੀ। ਇਸ ਲਈ ਸੱਤਾ ਜੋ ਮਰਜ਼ੀ ਕਰੇ, ਉਹ ਇਸ ਦੇ ਕੰਮ ਵਿੱਚ ਬਿਲਕੁਲ ਵੀ ਦਖਲਅੰਦਾਜ਼ੀ ਨਹੀਂ ਦਿੰਦੇ ਸੀ। ਤੇ ਸੱਤੇ ਦੇ ਪਿਓ ਨੇ ਸਾਰੀ ਜ਼ਮੀਨ ਆਪਣੇ ਨਾਂ ਹੀ ਹਲੇ ਲਗਵਾ ਰੱਖੀ ਹੋਈ ਸੀ। ਕੋਈ ਵੀ ਕਿੱਲਾ ਸੱਤੇ ਦੇ ਨਾਂ ਨਹੀਂ ਸੀ ਕਰਵਾਇਆ, ਕਿਉਂਕਿ ਸੱਤੇ ਦੇ ਪਿਓ ਨੂੰ ਵਿਸ਼ਵਾਸ ਨਹੀਂ ਸੀ ਕਿ ਉਹ ਜ਼ਮੀਨ ਨੂੰ ਸਹੀ ਸਲਾਮਤ ਰੱਖ ਵੀ ਪਵੇਗਾ ਕਿ ਨਹੀਂ, ਕਿਉਂਕਿ ਸ਼ਰਾਬ ਦਾ ਅਜਿਹਾ ਗੰਦਾ ਨਸ਼ਾ ਸੱਤੇ ਨੂੰ ਲੱਗਿਆ ਹੋਇਆ ਸੀ, ਜਿਸ ਕਰਕੇ ਉਸ ਦਾ ਪਿਓ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰਦਾ ਸੀ। ਥੋੜੀ ਦੇਰ ਬਾਅਦ ਸਰਪੰਚ ਸਾਹਿਬ ਕਹਿਣ ਲੱਗੇ, ਵੇਖ ਬਈ ਸੱਤੇ, ਜੇ ਤਾਂ ਤੂੰ ਦੁਬਾਰਾ ਅਜਿਹਾ ਕੰਮ ਕੀਤਾ ਤਾਂ ਮੇਥੋਂ ਬੁਰਾ ਕੋਈ ਨਹੀਂ ਹੋਵੇਗਾ। ਤੇਰੇ ਬੱਚੇ ਤੇ ਤੇਰੀ ਪਤਨੀ ਅਸੀਂ ਤੇਰੇ ਘਰ ਭੇਜ ਤਾਂ ਦਿਆਂਗੇ, ਪਰ ਤੂੰ ਅੱਜ ਇੱਕ ਸਹੁੰ ਖਾ ਕਿ ਤੂੰ ਦੁਬਾਰਾ ਕਦੇ ਵੀ ਆਪਣੇ ਬੱਚਿਆਂ ਤੇ ਪਤਨੀ ਉੱਤੇ ਹੱਥ ਨਹੀਂ ਚੁੱਕੇਗਾ। ਸੱਤੇ ਨੇ ਉਸ ਸਮੇਂ ਬਾਹਰ ਤੋਂ ਸਿਰ ਜਿਹਾ ਹਿਲਾ ਕੇ ਕਹਿ ਦਿੱਤਾ ਕਿ ਠੀਕ ਆ ਸਰਪੰਚ ਸਾਹਿਬ ਜੀ, ਜਿਵੇਂ ਤੁਸੀਂ ਕਹੋ। ਉਸ ਤੋਂ ਬਾਅਦ ਕਰਮੂ ਕਹਿਣ ਲੱਗੀ ਕਿ ਮੈਂ ਥੋੜੀ ਦੇਰ ਵਿੱਚ ਹੀ ਸੱਤੇ ਵੀਰ ਤੇਰੀ ਪਤਨੀ ਤੇ ਬੱਚਿਆਂ ਨੂੰ ਤੇਰੇ ਘਰ ਛੱਡ ਦੇਵਾਂਗੀ, ਬਾਕੀ ਮੈਂ ਉਹਨਾਂ ਨੂੰ ਰੋਟੀ ਪਾਣੀ ਖਵਾ ਦੇਵਾਂ। ਉਸ ਤੋਂ ਬਾਅਦ ਸਾਰੇ ਜਣੇ ਆਪਣੇ ਆਪਣੇ ਘਰਾਂ ਵੱਲ ਵਿਦਾ ਹੋ ਗਏ। ਸੱਤਾ ਪੂਰੇ ਗੁੱਸੇ ਵਿੱਚ ਅੰਦਰੋਂ ਲੋਹਾ ਲਾਖਾ ਹੁੰਦਾ ਹੋਇਆ ਆਪਣੇ ਘਰ ਵੱਲ ਚਲਾ ਗਿਆ, ਕਿਉਂਕਿ ਉਹ ਸਰਪੰਚ ਸਾਹਿਬ ਦੇ ਅੱਗੇ ਕੁਝ ਵੀ ਨਹੀਂ ਕਰ ਸਕਦਾ ਸੀ। ਕਰਮੋ ਨੇ ਸੱਤੇ ਦੀ ਪਤਨੀ ਤੇ ਉਹਨਾਂ ਦੇ ਬੱਚਿਆਂ ਨੂੰ ਰੋਟੀ ਪਾਣੀ ਖਵਾ ਦਿੱਤਾ ਤੇ ਉਹਨਾਂ ਨੂੰ ਉਹਨਾਂ ਦੇ ਘਰ ਛੱਡਣ ਲਈ ਚਲੀ ਗਈ। ਸੱਤੇ ਦੀ ਪਤਨੀ ਵਾਰ-ਵਾਰ ਕਹਿ ਰਹੀ ਸੀ ਕਿ ਕਰਮੋ ਭੈਣੇ, ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਬਦਲ ਵੀ ਗਿਆ ਹੋਵੇਗਾ, ਕਿਉਂਕਿ ਮੇਰੇ ਭਰਾ ਵੀ ਉਸ ਨੂੰ ਆ ਕੇ ਬਹੁਤ ਵਾਰੀ ਸਮਝਾ ਚੁੱਕੇ ਹਨ, ਪਰ ਉਹ ਨਹੀਂ ਸਮਝਦਾ। ਕਰਮੋ ਵਿਚਾਰੀ ਫਿਰ ਵੀ ਕਹਿੰਦੀ ਜਾ ਰਹੀ ਸੀ ਕਿ ਕੋਈ ਗੱਲ ਨਹੀਂ ਭੈਣੇ, ਅਸੀਂ ਉਸ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਤੇ ਸਰਪੰਚ ਸਾਹਿਬ ਨੇ ਵੀ ਉਸ ਨੂੰ ਚੇਤਾਵਨੀ ਦੇ ਦਿੱਤੀ ਆ ਕਿ ਦੁਬਾਰਾ ਜੇ ਅਜਿਹਾ ਕੁਝ ਕੀਤਾ
ਤਾਂ ਉਸਦੀ ਸ਼ਾਮਤ ਨਹੀਂ। ਇਹ ਗੱਲਾਂ ਸੁਣ ਕੇ ਸੱਤੇ ਦੀ ਪਤਨੀ ਦੀਰੋ ਨੂੰ ਕੁਝ ਕੁ ਦਿਲਾਸਾ ਹੋਇਆ। ਕਰਮ ਬੱਚਿਆਂ ਤੇ ਸੱਤੇ ਦੀ ਪਤਨੀ ਨੂੰ ਘਰ ਛੱਡ ਕੇ ਵਾਪਸ ਆ ਗਏ। ਕੁਝ ਦਿਨ ਸ਼ਾਂਤੀ ਨਾਲ ਗੁਜ਼ਰੇ ਸੀ ਸੱਤੇ ਦੇ ਘਰ। ਸੱਤਾ ਇੱਕ ਦਿਨ ਆਪਣੇ ਪਿਓ ਦੇ ਨਾਲ ਬਹੁਤ ਜ਼ਿਆਦਾ ਲੜ ਕੇ ਆਇਆ। ਸੱਤਾ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਤੰਗ ਆ ਚੁੱਕਿਆ ਸੀ। ਜਦੋਂ ਉਹ ਘਰ ਵੜਿਆ ਤਾਂ ਉਸਦੀ ਪਤਨੀ ਇੱਕਦਮ ਡਰ ਗਈ ਤੇ ਉਸਦੇ ਛੋਟੇ ਛੋਟੇ ਬੱਚੇ ਵੀ ਘਬਰਾ ਗਏ ਕਿ ਪਾਪਾ ਅੱਜ ਇੰਨੇ ਗੁੱਸੇ ਵਿੱਚ ਕਿਉਂ ਹਨ। ਸੱਤੇ ਨੇ ਆਉਣ ਸਾਰ ਹੀ ਕਹਿ ਦਿੱਤਾ ਕਿ ਅਸੀਂ ਕਿਤੇ ਜਾਣਾ ਹੈ, ਤੁਸੀਂ ਸਾਰੇ ਜਲਦੀ ਤਿਆਰ ਹੋ ਜਾਵੋ। ਸੱਤੇ ਕੋਲ ਇੱਕ ਮਾਰੂਤੀ ਗੱਡੀ ਸੀ ਜੋ ਉਸਨੇ ਬਹੁਤ ਹੀ ਸਸਤੀ ਖਰੀਦ ਲਈ ਸੀ। ਸੱਤੇ ਨੇ ਇੱਕ ਬਹਾਨਾ ਮਾਰਿਆ ਕਿ ਅਸੀਂ ਕਿਸੇ ਇਤਿਹਾਸਿਕ ਧਾਰਮਿਕ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਜਾ ਰਹੇ ਹਾਂ। ਸੱਤੇ ਦੀ ਪਤਨੀ ਤੇ ਉਸਦੇ ਬੱਚੇ ਤਿਆਰ ਹੋ ਕੇ ਗੱਡੀ ਵਿੱਚ ਬਹਿ ਗਏ। ਸੱਤੇ ਦੇ ਦਿਮਾਗ ਵਿੱਚ ਬਹੁਤ ਜ਼ਿਆਦਾ ਗੁੱਸਾ ਚੜਿਆ ਹੋਇਆ ਸੀ। ਪਤਾ ਨਹੀਂ ਸੱਤੇ ਦੇ ਦਿਮਾਗ ਵਿੱਚ ਕੀ ਆਇਆ। ਹਲੇ ਉਹ ਸਾਰੇ 10 ਕਿਲੋਮੀਟਰ ਦੂਰ ਹੀ ਗਏ ਸੀ ਤੇ ਰਸਤੇ ਵਿੱਚ ਇੱਕ ਬਹੁਤ ਵੱਡੀ ਨਹਿਰ ਆਉਂਦੀ ਸੀ ਤੇ ਉਹ ਡੂੰਘੀ ਵੀ ਕਾਫੀ ਸੀ। ਸੱਤੇ ਨੇ ਆਪਣੇ ਛੋਟੇ ਛੋਟੇ 2 ਕੋਮਲ ਬੱਚਿਆਂ ਨੂੰ ਵੀ ਨਹੀਂ ਦੱਸਿਆ ਤੇ ਆਪਣੀ ਪਤਨੀ ਨੂੰ ਵੀ ਨਹੀਂ ਦੱਸਿਆ ਕਿ ਉਹ ਕੀ ਕਰਨ ਜਾ ਰਿਹਾ ਹੈ। ਉਸ ਬੇਤਰਸ ਸੱਤੇ ਨੇ ਗੱਡੀ ਦੀ ਰਫ਼ਤਾਰ ਤੇਜ਼ ਕਰਕੇ ਸਿੱਧਾ ਹੀ ਨਹਿਰ ਵਿੱਚ ਉਤਾਰ ਦਿੱਤੀ ਤੇ ਉਸਦੀ ਪਤਨੀ ਉਸ ਨੂੰ ਵਾਸਤੇ ਪਾਉਂਦੀ ਰਹੀ, ਇਹਨਾਂ ਬੱਚਿਆਂ ਵੱਲ ਤਾਂ ਵੇਖ ਲਾ। ਉਸ ਦੇ 2 ਕੋਮਲ ਕੋਮਲ ਬੱਚੇ ਚੀਕ ਚਿਹਾੜਾ ਪਾਉਂਦੇ ਰਹੇ, ਪਾਪਾ ਪਾਪਾ ਪਾਪਾ, ਸਾਨੂੰ ਬਚਾ ਲਾ, ਸਾਨੂੰ ਬਚਾ ਲੈ। ਉਹਨਾਂ ਵਿਚਾਰੇ ਬੱਚਿਆਂ ਦੀਆਂ ਚੀਕਾਂ ਉਸ ਨਹਿਰ ਦੇ ਪਾਣੀ ਵਿੱਚ ਖਾਮੋਸ਼ ਹੋ ਗਈਆਂ ਤੇ ਉਸ ਦੀ ਪਤਨੀ ਗੱਡੀ ਵਿੱਚ ਪਾਣੀ ਵੜਦੇ ਵੜਦੇ ਆਪਣੇ ਬੱਚਿਆਂ ਨੂੰ ਬਚਾਉਂਦੀ ਰਹੀ। ਉਸ ਜ਼ਾਲਮ ਸੱਤੇ ਨੇ ਗੱਡੀ ਦੀਆਂ ਸਾਰੀਆਂ ਟਾਕੀਆਂ ਬੰਦ ਕਰ ਦਿੱਤੀਆਂ ਸਨ, ਜਿਸ ਨਾਲ ਉਹ ਵਿਚਾਰੇ ਕੋਮਲ ਕੋਮਲ ਬੱਚੇ ਤੇ ਉਸ ਦੀ ਤਰਸਯੋਗ ਪਤਨੀ ਗੱਡੀ ਦੀਆਂ ਟਾਕੀਆਂ ਖੋਲ੍ਹ ਕੇ ਬਾਹਰ ਵੀ ਨਹੀਂ ਆ ਸਕੇ। ਕੁਝ ਦੇਰ ਹੱਥ ਪੈਰ ਮਾਰਦੇ ਰਹੇ ਅੰਦਰ ਤੇ ਅਚਾਨਕ ਹੀ ਉਹਨਾਂ ਦੇ ਹੱਥ ਪੈਰ ਰੁਕਣੇ ਸ਼ੁਰੂ ਹੋ ਗਏ ਤੇ ਉਹ ਚਾਰੇ ਦੇ ਚਾਰੇ ਉਸ ਨਹਿਰ ਦੇ ਪਾਣੀ ਵਿੱਚ ਡੁੱਬ ਕੇ ਉਸ ਰੱਬ ਨੂੰ ਪਿਆਰੇ ਹੋ ਗਏ। ਥੋੜੀ ਦੂਰ ਖੜੇ 2 ਬਜ਼ੁਰਗ ਬੰਦਿਆਂ ਨੇ ਇਸ ਵਾਰਦਾਤ ਨੂੰ ਵੇਖ ਲਿਆ ਤੇ ਉਹ ਭੱਜੇ ਭੱਜੇ ਉਸ ਥਾਂ ਵੱਲ ਗਏ ਜਿੱਥੇ ਸੱਤੇ ਨੇ ਗੱਡੀ ਨੂੰ ਨਹਿਰ ਵਿੱਚ ਡੁਬੋ ਦਿੱਤਾ ਸੀ। ਬਜ਼ੁਰਗਾਂ ਦੇ ਵੇਖਦਿਆਂ ਵੇਖਦਿਆਂ ਸਾਰੀ ਗੱਡੀ ਹੀ ਪਾਣੀ ਵਿੱਚ ਡੁੱਬ ਗਈ। ਕੁਝ ਘੰਟਿਆਂ ਬਾਅਦ ਜਦੋਂ ਇਸ ਗੱਲ ਦਾ ਪਤਾ ਕਰਮੋ, ਨੂਰ ਅਤੇ ਸਰਪੰਚ ਸਾਹਿਬ ਨੂੰ ਲੱਗਿਆ ਤਾਂ ਉਹਨਾਂ ਦੇ ਹੋਸ਼ ਗੁੰਮ ਹੋ ਗਏ ਤੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕਰਮੋ ਦੀਆਂ ਤਾਂ ਅੰਦਰੋਂ ਭੁੱਬਾਂ ਨਿਕਲ ਗਈਆਂ। ਧੰਨਵਾਦ ਜੀ। ਇਹ ਨਾਵਲ ਇੱਥੇ ਖਤਮ ਹੁੰਦਾ। ਅੱਗੇ ਦੀ ਕਹਾਣੀ ਇਸ ਨਾਵਲ ਦੇ ਸੀਜ਼ਨ 2 ਵਿੱਚ ਜਾਰੀ ਰਹੇਗੀ ਜੋ ਲੇਖਕ ਲਿਖ ਰਹੇ ਹਨ। ਬਾਕੀ ਹੋਰ ਨਵੇਂ ਪਰਿਵਾਰਕ ਨਾਵਲ ਇਸ ਚੈਨਲ ਤੇ ਜਾਰੀ ਰਹਿਣਗੇ। ਜੁੜੇ ਰਹੋ ਚੈਨਲ ਦੇ ਨਾਲ ਤੇ ਪਿਆਰ ਬਣਾਈ ਰੱਖਿਓ। ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ।